ਸਤਿ ਸ੍ਰੀ ਅਕਾਲ। ਆਓ ਅੱਜ ਆਪਾਂ ਅਗਲੀ ਕੜੀ ਨੂੰ ਸ਼ੁਰੂ ਕਰੀਏ। ਪੇਟ ਦੀਆਂ ਬਿਮਾਰੀਆਂ ਉੱਤੇ ਮੇਰੇ ਵਿਚਾਰ ਚੱਲ ਰਹੇ ਸੀ ਕਿ ਕਈ ਬਿਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਰੌਸ਼ਨੀ ਮੈਂ ਤੁਹਾਨੂੰ ਕੁਝ ਛੋਟੀਆਂ ਅੰਤਰਾਂ ਦੇ ਉੱਤੇ ਪਾਈ ਹੈ, ਕਿਉਂਕਿ ਉਹਨਾਂ ਦਾ ਮੇਨ ਰੋਲ ਹੈ, ਵੱਡਾ ਰੋਲ ਹੈ। ਉਹ ਇਹ ਹੈ ਕਿ ਉਹ ਰਸ ਕੱਢਦੀਆਂ, ਹਰੇਕ ਚੀਜ਼ ਦਾ ਰਸ ਕੱਢ ਕੇ ਉਹ ਤਾਕਤ ਦਿੰਦੀਆਂ। ਕਈ ਵਾਰੀ ਵੱਡੀ ਤੋਂ ਵੱਡੀ ਬਿਮਾਰੀ ਵੀ ਆ ਜਾਂਦੀ ਹੈ ਛੋਟੀਆਂ ਅੰਤੀਆਂ ਵਿੱਚ, ਤਾਂ ਉਹਦਾ ਟੈਸਟ ਵੀ ਜਾ ਕਰਕੇ ਹੌਸਪੀਟਲ ਦੇ ਵਿੱਚ ਹੀ ਹੁੰਦਾ ਹੈ, ਤਾਂ ਕਿ ਉਹ ਬਿਮਾਰੀ ਨੂੰ ਕਈ ਵਾਰੀ ਅਸੀਂ ਛੋਟੇ ਡਾਕਟਰਾਂ ਤੋਂ ਜਾਂਚ ਨਹੀਂ ਕਰਵਾ ਸਕਦੇ। ਮੈਂ ਇਹ ਦੇਖਿਆ ਹੈਗਾ ਕਿ ਉਹ ਬਿਮਾਰੀ ਨੂੰ ਅਸੀਂ ਕੋਈ ਅੱਛੇ ਹੌਸਪੀਟਲ ਨਾਲ ਕੰਟੈਕਟ ਕਰਕੇ ਜਾਈਏ। ਦੂਜੀ ਚੀਜ਼ ਇੱਕ ਹੋਰ ਮੈਂ ਦੱਸਣਾ ਕਿ ਇੱਕ ਚੀਜ਼ ਹੈ ਕਿ ਅਸੀਂ ਮਸਾਲੇਦਾਰ ਚੀਜ਼ਾਂ ਦਾ ਜ਼ਰੂਰ ਪ੍ਰਯੋਗ ਕਰੀਏ, ਪਰ ਉਹਨਾਂ ਦੀ ਲਿਮਿਟ ਰੱਖੀਏ। ਜਿਸ ਤਰ੍ਹਾਂ ਜੀਰਾ ਹੈ, ਧਨੀਆ ਹੈ, ਹੋਰ ਸਾਰੀਆਂ ਚੀਜ਼ਾਂ ਹੈ, ਹਲਦੀ ਹੈ, ਸਾਰੀਆਂ ਚੀਜ਼ਾਂ ਦਾ ਪ੍ਰਯੋਗ ਕਰੀਏ। ਹਰੀ ਮਿਰਚ ਦਾ ਵੀ ਪ੍ਰਯੋਗ ਕਰੀਏ। ਪਰ ਕਈ ਆਦਮੀਆਂ ਦੀ ਨੇਚਰ ਬਣ ਜਾਂਦੀ ਹੈ ਕਿ ਉਹ ਲਾਲ ਮਿਰਚਾਂ ਦਾ ਪ੍ਰਯੋਗ, ਉਹਨਾਂ ਦੀ ਲਾਲ ਮਿਰਚਾਂ ਦੀ ਹੀ ਚਟਣੀ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਜਾ ਕਰਕੇ ਹੈ, ਉਹ ਸਾਡੀਆਂ ਆਂਤੜੀਆਂ ਨੂੰ ਕੀ ਕਰਦੀਆਂ ਹਨ? ਉਹ ਸਾਡੀਆਂ ਆਂਤੜੀਆਂ ਦੇ ਵਿੱਚ ਅਲਸਰ ਪੈਦਾ ਕਰ ਦਿੰਦੀਆਂ। ਪਹਿਲਾ ਤਾਂ ਲੈਸਨ ਇਹ ਹੈ ਕਿ ਜਿਹੜੀਆਂ ਵੱਡੀਆਂ ਆਂਤੜੀਆਂ ਹਨ, ਉਹ ਆਂਤੜੀਆਂ ਲਾਰਜ ਇੰਟੈਸਟਾਈਨ, ਉਹਨਾਂ ਦੇ ਵਿੱਚ ਸੋਜਿਸ਼ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਕੋਲਾਈਟਿਸ ਕਹਿੰਦੇ ਹਾਂ। ਉਹ ਕੋਲਾਈਟਿਸ ਜੇ ਲਗਾਤਾਰ ਚੱਲਦੀ ਜਾਵੇ ਤਾਂ ਉਹਨੂੰ ਅਸੀਂ ਕ੍ਰੋਨਿਕ ਕੋਲਾਈਟਿਸ, ਪੁਰਾਣੀ ਬਿਮਾਰੀ ਕਹਿੰਦੇ ਹਾਂ। ਪਰ ਇੱਕ ਚੀਜ਼ ਹੈ ਕਿ ਇਸ ਨੂੰ ਬਹੁਤ ਜਲਦੀ ਠੀਕ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਵਿੱਚ ਅਗਰ ਕੋਈ ਅਲਸਰ ਬਣ ਜਾਵੇ, ਸਾਡੇ ਖਾਣੇ ਦੇ ਉੱਤੇ ਧਿਆਨ ਨਾ ਰਹੇ, ਤਾਂ ਉਹ ਅਲਸਰ ਕੀ ਬਣਦਾ ਹੈ? ਉਹ ਅਲਸਰ ਨੂੰ ਕਹਿੰਦੇ ਆ ਅਲਸਰੇਟਿਵ ਕੋਲਾਈਟਿਸ, ਕਿ ਕੋਲਾਈਟਿਸ ਤਾਂ ਹੈ ਹੀ ਸੀਗੀ, ਪਰ ਉਹਦੇ ਨਾਲ ਅਲਸਰ। ਉਹ ਫਿਰ ਅਲਸਰ ਨੂੰ ਠੀਕ ਕਰਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ। ਉਹਦੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਉਹਦੀ ਫਿਰ ਬਾਇਓਪਸੀ ਵੀ ਲਈ ਜਾਂਦੀ ਹੈ, ਉਹਦੀ ਕਲੋਨੋਸਕੋਪੀ ਵੀ ਕੀਤੀ ਜਾਂਦੀ ਹੈ। ਉਹਨੂੰ ਗੈਸਟਰੋਇੰਟਰੋਲੋਜਿਸਟ, ਜਿਹੜਾ ਕਿ ਸਾਡੇ ਪੇਟ ਦੇ ਰੋਗਾਂ ਦਾ ਮਾਹਰ ਹੈ, ਉਹ ਫਿਰ ਉਸ ਨੂੰ ਚੈੱਕ ਕਰਕੇ ਉਸ ਬਿਮਾਰੀ ਨੂੰ ਦੱਸਦਾ। ਫਿਰ ਉਹਦਾ ਪ੍ਰੋਪਰ ਟਰੀਟਮੈਂਟ ਸਾਨੂੰ ਲਗਾਤਾਰ ਲੈਣਾ ਚਾਹੀਦਾ ਹੈ, ਅਤੇ ਨਾਲ ਨਾਲ ਫਿਰ ਸਾਨੂੰ ਉਸ ਦੇ ਵਿਚਾਰਾਂ ਤੋਂ ਆਪਣੀ ਡਾਈਟ ਨੂੰ ਵੀ ਪਰਿਵਰਤਨ ਕਰ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਉਸ ਤੋਂ ਬਚ ਸਕੀਏ। ਨਹੀਂ ਤਾਂ ਇਹ ਬਿਮਾਰੀ ਬੜਾ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਹੁਣ ਮੈਂ ਗੱਲ ਕਰ ਰਿਹਾ ਸੀਗਾ ਕਿ ਹੈਪਾਟਾਈਟਿਸ ਕਹਿੰਦੇ ਹੈ ਕਿ ਲੀਵਰ ਦੀ ਸੋਜਿਸ਼, ਔਰ ਇਹਦੇ ਵਿੱਚ ਸਿੰਪਲ ਤੋਂ ਸਿੰਪਲ ਵੀ ਹੋ ਸਕਦਾ, ਸਧਾਰਨ ਤੋਂ ਸਧਾਰਨ ਵੀ ਹੋ ਸਕਦਾ ਹੈ। ਉਹਦੇ ਵਿੱਚ ਕੀ ਚੀਜ਼ ਹੁੰਦੀ ਹੈ? ਸਧਾਰਨ ਤੋਂ ਸਧਾਰਨ ਹੁੰਦਾ ਹੈਗਾ ਕਿ ਪੀੜੀਆ ਹੋਣਾ ਤਾਂ ਇੱਕ ਕਾਮਨ ਚੀਜ਼ ਹੈ, ਕੋਈ ਵੱਡੀ ਗੱਲ ਨਹੀਂ ਹੈ। ਥੋੜ੍ਹੇ ਦਿਨਾਂ ਵਾਸਤੇ ਕੁਛ ਨਾ ਕੁਛ ਵਿਟਾਮਿਨ ਦਾ ਪ੍ਰਯੋਗ ਕੀਤਾ ਜਾਵੇ, ਡਾਕਟਰ ਨੂੰ ਮਿਲ ਲਿਆ ਜਾਵੇ, ਔਰ ਉਹਦੇ ਵਿੱਚ ਆਪਣੀ ਡਾਈਟ ਨੂੰ ਚੇਂਜ ਕਰਕੇ ਚਰਬੀਯੁਕਤ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ, ਅਤੇ ਨਾਲ ਮਿੱਠੀਆਂ ਚੀਜ਼ਾਂ ਦਾ ਲਾਈਕ ਗਲੂਕੋਸ ਜਾਂ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਡਾਕਟਰ ਐਡਵਾਈਜ਼ ਕਰੇ, ਉਹ ਜ਼ਰੂਰੀ ਹੈ ਕਿ ਉਸ ਨੂੰ ਮਸ਼ਵਰਾ ਲੈਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਮਸ਼ਵਰਾ ਨਹੀਂ ਲੈਂਦੇ, ਹੋਰ ਚੱਕਰਾਂ ਵਿੱਚ ਪੈ ਜਾਂਦੇ ਹਾਂ, ਉਹ ਚੱਕਰਾਂ ਦੇ ਵਿੱਚੋਂ ਸਾਨੂੰ ਡਾਕਟਰ ਹੀ ਕੱਢ ਸਕਦਾ ਹੈ, ਤਾਂ ਕਿ ਉਹ ਬੜੀ ਜਲਦੀ ਠੀਕ ਹੋ ਜਾਂਦਾ ਹੈ। ਮੈਂ ਦੇਖਿਆ ਕਿ ਉਹ ਮਰੀਜ਼ ਹਫ਼ਤੇ 15 ਦਿਨ ਦੇ ਅੰਦਰ ਹੀ ਖਾਣਾ ਸ਼ੁਰੂ ਕਰ ਦਿੰਦਾ, ਉਹਨੂੰ ਕੋਈ ਬਿਮਾਰੀ ਨਹੀਂ, ਦਾ ਲੀਵਰ ਫਿੱਟ ਹੋ ਜਾਂਦਾ। ਇੱਕ ਚੀਜ਼ ਹੋਰ ਹੁੰਦੀ ਹੈ ਕਿ ਅੱਜ ਕੱਲ੍ਹ ਦੀ ਬਿਮਾਰੀ ਜਿਹੜੀ ਹੈ ਕੈਜ਼ੂਅਲ, ਕਿਸੇ ਨੂੰ ਉਹਨੂੰ ਗਰਭ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ। ਉਹਦਾ ਕਨੈਕਸ਼ਨ ਕੁਛ ਮਾਤਾ ਦੇ ਖਾਣੇ ਪੀਣੇ ਦੇ ਨਾਲ ਵੀ ਹੈ, ਕਿਉਂਕਿ ਜਦੋਂ ਉਹ ਬੱਚਾ ਪੈਦਾ ਹੁੰਦਾ ਹੈ ਉਹਨੂੰ ਇਨਫੈਂਟਾਈਲ ਜੌਂਡਿਸ ਕਹਿੰਦੇ ਹਨ, ਕਿ ਬੱਚਾ ਪੈਦਾ ਹੁੰਦੇ ਹੀ ਉਹਦੀਆਂ ਅੱਖਾਂ ਦੇ ਵਿੱਚ ਪੀੜਕ ਹੈ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਉਹਨੂੰ ਕਦੇ ਆਪਣੇ ਆਪ ਇਲਾਜ ਨਾ ਕਰੋ, ਉਹਨੂੰ ਇੱਕ ਡਾਕਟਰਾਂ ਦੇ ਸਪੈਸ਼ਲਿਸਟ, ਜਿਹਨੂੰ ਅਸੀਂ ਚਾਈਲਡ ਸਪੈਸ਼ਲਿਸਟ ਕਹਿੰਦੇ ਹਾਂ, ਫਟ ਸੇ ਕੇ ਉਹਦੇ ਕੋਲ ਲੈ ਜਾਓ, ਔਰ ਉਹ ਉਸ ਨੂੰ ਕੁਛ ਡ੍ਰੌਪਸ ਦੇਗਾ,
ਔਰ ਉਹ ਮੈਡੀਸਨ ਦੇ ਨਾਲ ਉਹ ਬੱਚਾ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਉਹ ਕੋਈ ਵੱਡੀ ਬਿਮਾਰੀ ਨਹੀਂ ਹੈਗੀ, ਮਗਰ ਇੱਕ ਚੀਜ਼ ਹੈ ਕਿ ਡਾਕਟਰ ਦੀ ਰਾਏ ਲੈਣਾ ਬਹੁਤ ਜ਼ਰੂਰੀ ਹੈ। ਤਾਂ ਇਸ ਤਰ੍ਹਾਂ ਦੀ ਕਹਿੰਦੇ ਹੋਏ ਕਿ ਜਿਹੜੀਆਂ ਜਿਗਰ ਦੀਆਂ ਬਿਮਾਰੀਆਂ ਹਨ, ਇਹਨਾਂ ਤੋਂ ਸਾਨੂੰ ਬਹੁਤ ਹੀ ਫਾਇਦਾ ਹੈ ਜੇ ਅਸੀਂ ਇਹਨਾਂ ਨੂੰ ਕੰਟਰੋਲ ਕਰ ਲੈਂਦੇ ਹਾਂ। ਔਰ ਅਗਰ ਨਹੀਂ ਹੁੰਦਾ ਤਾਂ ਇਹ ਗੰਭੀਰ ਰੂਪ ਧਾਰਨ ਵੀ ਕਰ ਸਕਦਾ ਹੈ। ਮੈਂ ਉਸ ਦਾ ਨਾਂ ਨਹੀਂ ਲੈਣਾ ਚਾਹੁੰਦਾ ਤਾਂ ਕਿ ਘਬਰਾਹਟ ਨਾ ਹੋਵੇ ਕਿ ਕੈਂਸਰ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ, ਜਿਹਨੂੰ ਅਸੀਂ ਸਿਰੋਸਿਸ ਲੀਵਰ ਕਹਿੰਦੇ ਹਾਂ। ਔਰ ਉਹ ਕੀ ਹੁੰਦਾ, ਪੇਟ ਵਧਣਾ ਸ਼ੁਰੂ ਹੋ ਜਾਂਦਾ, ਪੇਟ ਦੇ ਵਿੱਚ ਪਾਣੀ ਭਰਨਾ ਵੀ ਸ਼ੁਰੂ ਹੋ ਜਾਂਦਾ, ਔਰ ਉਸ ਨੂੰ ਫਿਰ ਡਾਕਟਰ ਕਈ ਲੀਟਰ ਪਾਣੀ ਵੀ ਕੱਢ ਦਿੰਦੇ ਹਨ, ਫਿਰ ਦੁਬਾਰਾ ਭਰ ਜਾਂਦਾ ਹੈ। ਤਾਂ ਪਰ ਉਹਦਾ ਸਿਰੋਸਿਸ ਲੀਵਰ ਦਾ ਇਲਾਜ ਬਹੁਤ ਘੱਟ ਹੈ, ਕਿਉਂਕਿ ਲੀਵਰ ਨੂੰ ਅਸੀਂ ਅਜੇ ਤੱਕ ਬਦਲ ਹੀ ਨਹੀਂ ਕਰ ਸਕਦੇ। ਇਸ ਤਰ੍ਹਾਂ ਅੱਜ ਤੱਕ ਜਿਹੜੀ ਟੈਕਨੋਲੋਜੀ ਆਈ ਹੈ ਉਹਦੇ ਵਿੱਚ ਗੁਰਦਾ ਬਦਲਿਆ ਜਾ ਸਕਦਾ ਹੈ। ਉਹਦੇ ਵਿੱਚ ਹਾਰਟ ਦੀਆਂ ਬਿਮਾਰੀਆਂ ਦੇ ਅੰਦਰ ਵੀ ਬਾਈਪਾਸ ਕੀਤਾ ਜਾ ਸਕਦਾ, ਸਟੰਟ ਵੀ ਪਾਏ ਜਾ ਸਕਦੇ, ਔਰ ਗੁਰਦਿਆਂ ਦੇ ਉੱਤੇ ਵੀ ਕਈ ਹੋਰ ਪ੍ਰਕਾਰ ਦੇ ਟੈਸਟ ਹੋ ਕੇ ਉਹਨਾਂ ਦੀਆਂ ਨਾੜੀਆਂ ਦੇ ਅੰਦਰ ਵੀ ਕੋਈ ਨਾ ਕੋਈ ਸਟੰਟ, ਜੋ ਕਿ ਯੂਰੋਲੋਜਿਸਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਯੂਰੀਨਰੀ ਮਾਨਾ ਜੋ ਪਿਸ਼ਾਬ ਦੀ ਪ੍ਰਤੀਕਿਰਿਆ ਹੈ, ਉਸ ਦਾ ਮਾਹਰ ਡਾਕਟਰ ਹੁੰਦਾ ਹੈ, ਉਹ ਉਸ ਨੂੰ ਜਾਂਚ ਕਰਕੇ ਹੀ ਦੱਸਦਾ ਹੈ। ਅਕਸਰ ਕਰਕੇ ਇੱਕ ਰੋਗ ਹੁੰਦਾ ਹੈ ਜਿਹੜਾ ਬੜਾ ਸਿੰਪਲ ਹੈ, ਜਿਹਨੂੰ ਅਸੀਂ UTI ਕਹਿੰਦੇ ਹਾਂ। UTI ਦਾ ਮਤਲਬ ਹੈ ਯੂਰੀਨਰੀ ਟ੍ਰੈਕਟ ਇਨਫੈਕਸ਼ਨ, ਜਿਹੜਾ ਸਾਡੇ ਬਾਥਰੂਮ ਦੇ ਵਿੱਚ ਸਾਨੂੰ ਬਾਰ-ਬਾਰ ਜਲਣ ਹੁੰਦੀ ਹੈ, ਔਰ ਹਰ 2 ਮਿੰਟ ਤੋਂ ਮਗਰੋਂ ਸਾਨੂੰ ਇਹ ਮਹਿਸੂਸ ਹੁੰਦਾ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਇਨਫੈਕਸ਼ਨ ਸਾਡੇ ਗੁਰਦੇ ਵਿੱਚ ਆ ਜਾਂਦਾ, ਔਰ ਗੁਰਦੇ ਦੇ ਵਿੱਚ ਆਉਣ ਦੇ ਨਾਲ ਬੰਦੇ ਨੂੰ ਬਹੁਤ ਜ਼ਿਆਦਾ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹਦਾ ਇਲਾਜ ਬਹੁਤ ਜਲਦੀ ਹੈ, ਕਿ ਜਿੰਨੀ ਜਲਦੀ ਉਹ ਡਾਕਟਰ ਕੋਲ ਜਾਇਆ ਜਾਵੇ ਔਰ ਪਾਣੀ ਦਾ ਪ੍ਰਯੋਗ ਵੱਧ ਤੋਂ ਵੱਧ ਕੀਤਾ ਜਾਵੇ ਔਰ ਡਾਕਟਰ ਦੀ ਰਾਏ ਦੇ ਅਨੁਸਾਰ ਚੱਲਿਆ ਜਾਵੇ, ਤਾਂ ਮੈਂ ਸਮਝਦਾ ਕਿ ਉਹ ਬਿਮਾਰੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ। ਉਸ ਦੇ ਵਿੱਚ ਸਾਨੂੰ ਇੱਕ ਪਿਸ਼ਾਬ ਟੈਸਟ ਕਰਵਾਉਣ ਦੀ ਲੋੜ ਪੈਂਦੀ ਹੈ ਕਿ ਇਹਦੇ ਵਿੱਚ ਕਿੰਨੇ ਕੀਟਾਣੂ ਆ ਚੁੱਕੇ ਹਨ, ਔਰ ਕਈ ਵਾਰੀ 35 ਤੋਂ 40, ਕਈ ਵਾਰੀ ਉਸ ਤੋਂ ਵੀ ਵੱਧ, 1 2 3 ਇਹ ਨਾਰਮਲ ਹੀ ਹੁੰਦੇ ਹਨ। ਇਹਨਾਂ ਦੇ ਉੱਤੇ ਕੋਈ ਧਿਆਨ ਦੇਣ ਦੀ ਲੋੜ ਨਹੀਂ ਹੈ। ਤਾਂ ਇਸ ਵਾਸਤੇ ਇਹ ਚੀਜ਼ ਹੈ ਕਿ ਗੁਰਦੇ ਵੱਲ ਅਗਰ ਅਟੈਂਸ਼ਨ ਜਾਂਦੀ ਹੈ ਤਾਂ ਇਹਨਾਂ ਚੀਜ਼ਾਂ ਉੱਤੇ ਧਿਆਨ ਦਿਓ। ਅਤੇ ਦੂਸਰੀ ਚੀਜ਼ ਇਹਦੇ ਨਾਲ ਹੀ ਹੈਗੀ ਕਿ ਇੱਕ ਤਿੱਲੀ ਹੈ, ਜਿਹਨੂੰ ਅਸੀਂ ਸਪਲੀਨ ਕਹਿ ਦਿੰਦੇ, ਇਹਨੂੰ ਅਕਸਰ ਕਰਕੇ ਬਹੁਤ ਘੱਟ ਬਿਮਾਰੀ ਹੁੰਦੀ ਹੈ, ਮਗਰ ਇੱਕ ਚੀਜ਼ ਹੁੰਦੀ ਹੈ ਕਿ ਜੇ ਇਹਦੇ ਵਿੱਚ ਕੁਝ ਫਰਕ ਆਉਣਾ ਸ਼ੁਰੂ ਹੋ ਜਾਂਦਾ ਹੈ, ਉਹਨੂੰ ਕਹਿ ਰਹੇ ਆ ਸਪਲੀਨੋਮੈਗਾਲੀ, ਔਰ ਕਹਿਣ ਦਾ ਭਾਵ ਇਹ ਹੈ ਕਿ ਉਹਦੇ ਨਾਲ ਕੁਝ ਕਨੈਕਸ਼ਨ ਸਾਡੇ RBC, ਜਿਹਨੂੰ ਅਸੀਂ ਰੈੱਡ ਬਲੱਡ ਸੈੱਲ ਕਹਿੰਦੇ ਹੈਗੇ, ਉਹਦਾ ਵਿੱਚ ਫਰਕ ਆਉਣਾ ਸ਼ੁਰੂ ਹੋ ਜਾਂਦਾ ਹੈ, ਅਤੇ ਉਹਦੇ ਨਾਲ ਸਾਡੇ ਖੂਨ ਦੀ ਜਿਹੜੀ ਹੈਮੋਗਲੋਬਿਨ ਹੈ, ਜਿਹੜੀ ਰਕਤ ਦੀ ਲਾਲੀ ਹੈ, ਉਹ ਘਟ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਸ ਨੂੰ ਬਰਕਰਾਰ ਰੱਖਣ ਵਾਸਤੇ ਵੀ ਡਾਕਟਰ ਨੂੰ ਹੀ ਮਿਲਣ ਦੀ ਲੋੜ ਹੈ, ਉਹ ਅਲਟਰਾਸਾਊਂਡ ਕਰਕੇ ਹੀ ਦੱਸ ਸਕਦਾ ਹੈ। ਔਰ ਇਸ ਤਰ੍ਹਾਂ ਵੀ ਕਈ ਵਾਰੀ ਦੇਖਿਆ ਗਿਆ ਹੈ ਕਿ ਬੰਦੇ ਨੂੰ ਬੈਕ ਸਾਈਡ ਦੇ ਉੱਤੇ ਜੇ ਆਪਾਂ ਦੋਨੇ ਹੱਥ ਰੱਖ ਲਈਏ ਤਾਂ ਉਹ ਠੀਕ ਗੁਰਦਿਆਂ ਦੇ ਉੱਤੇ ਜਾ ਕੇ ਟਿਕਦੇ ਹਨ। ਔਰ ਗੁਰਦੇ ਦੇ ਵਿੱਚ ਇੱਕ ਪ੍ਰੋਬਲਮ ਜ਼ਰੂਰ ਆਉਂਦੀ ਹੈ, ਉਹ ਤੁਸੀਂ ਧਿਆਨ ਵਿੱਚ ਰੱਖਣਾ ਕਿ ਗੁਰਦੇ ਵਿੱਚ ਕੋਈ ਨਾ ਕੋਈ ਛੋਟੀ ਜਿਹੀ ਪੱਥਰੀ ਹੋ ਜਾਂਦੀ ਹੈ, ਜਿਹਨੂੰ ਰੇਨਲ ਕੈਲਕੁਲਸ ਕਹਿੰਦੇ, ਕਿ ਉਹ ਪੱਥਰੀ ਜਿਹੜੀ ਹੈ ਜਦੋਂ ਉਹ ਮੂਵ ਕਰਦੀ ਹੈ, ਉਹ ਉੱਥੋਂ ਹਿਲਚੁਲ ਹੋ ਗਈ ਤਾਂ ਉਹਦੇ 'ਚ ਦਰਦ ਸ਼ੁਰੂ ਹੁੰਦਾ ਹੈ। ਔਰ ਕਈ ਵਾਰੀ ਉਹ ਹਿਲਚੁਲ ਦੇ ਕਾਰਨ ਕਿਸੇ ਖੂਨ ਦੀ ਛੋਟੀ ਜਿਹੀ ਨਾਲੀ ਨੂੰ ਕਰੈਕ ਕਰ ਦਿੰਦੀ ਹੈ। ਜਦੋਂ ਉਹ ਕਰੈਕ ਕਰਦੀ ਹੈ ਤਾਂ ਸਾਡੇ ਬਾਥਰੂਮ ਦੇ ਵਿੱਚ, ਯੂਰਿਨ ਦੇ ਵਿੱਚ RBC ਆਉਣੇ ਸ਼ੁਰੂ ਹੋ ਜਾਂਦੇ ਆ। ਜਦੋਂ ਤੁਸੀਂ ਯੂਰਿਨ ਟੈਸਟ ਕਰਾਓਗੇ ਤਾਂ ਉਹ ਜੇ RBC ਆਉਣੇ ਸ਼ੁਰੂ ਹੋਏ ਹਨ ਤਾਂ ਡਾਕਟਰ ਨੂੰ ਮਿਲਣ ਦੀ ਜ਼ਰੂਰਤ ਹੈ। ਉਹ ਤੁਹਾਡਾ ਅਲਟਰਾਸਾਊਂਡ ਕਰਕੇ ਦੱਸੇ ਬਈ ਇਹ ਪੱਥਰੀ ਹੈ ਜਾਂ ਕੋਈ ਹੋਰ ਇਨਫੈਕਸ਼ਨ, ਜਾਂ ਕਿ
ਜਿਹੜੇ ਉਸ ਦੇ ਸੈੱਲ ਹਨ, ਜਿਨ੍ਹਾਂ ਨੂੰ ਅਸੀਂ ਨੈਫਰੋਨਸ ਦਾ ਰੂਪ ਦਿੰਦੇ ਹਾਂ ਕਿ ਨੈਫਰੋਨਸ, ਉਹਨਾਂ ਦੇ ਵਿੱਚ ਚੇਂਜ ਹੁੰਦੀ ਹੈ। ਜੇ ਅਸੀਂ ਉਹਨੂੰ ਜਲਦੀ ਤੋਂ ਜਲਦੀ ਕੰਟਰੋਲ ਕਰ ਲੈਂਦੇ ਹਾਂ ਤਾਂ ਉਹ ਬਿਮਾਰੀ ਅੱਗੇ ਵਧਣ ਤੋਂ, ਜਿਹਨੂੰ ਅਸੀਂ ਨੈਫਰਾਈਟਿਸ ਕਹਿੰਦੇ ਹਾਂ, ਕਿ ਸਾਡੀ ਬਿਮਾਰੀ ਗੁਰਦੇ ਦੀ ਘਟ ਜਾਂਦੀ ਹੈ, ਉਹ ਬਿਮਾਰੀ ਘਟ ਜਾਂਦੀ ਹੈ, ਤਾਂ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੀ ਕਿਡਨੀ ਦੀ ਬਹੁਤ ਜ਼ਰੂਰੀ ਬਚਤ ਕਰ ਸਕਦੇ ਹਾਂ। ਕਿਉਂਕਿ ਜੇ ਉਹਨੂੰ ਨਾ ਉਹ ਟ੍ਰੀਟਮੈਂਟ ਦਿੱਤਾ ਜਾਵੇ, ਕਿਸੇ ਅੱਛੇ ਮਾਹਰ ਡਾਕਟਰ ਕੋਲ ਨਾ ਜਾਇਆ ਜਾਵੇ, ਤਾਂ ਕੀ ਹੁੰਦਾ ਹੈ ਕਿ ਸਾਡੇ ਬਲੱਡ ਦੇ ਵਿੱਚ ਜਿਹੜੀ ਕ੍ਰੀਟੀਨਾਈਨ ਹੈ, ਜਿਹੜੀ ਬਹੁਤ ਜ਼ਰੂਰੀ ਹੈ, ਉਹਦਾ ਟੈਸਟ ਅਸੀਂ ਕਰਵਾਉਂਦੇ ਹਾਂ ਕਿ ਉਹ 1.3 ਤੱਕ ਨਾਰਮਲ ਹੁੰਦੀ ਹੈ। ਜੇ ਉਹ ਉਸ ਤੋਂ ਉੱਤੇ ਚਲੀ ਜਾਂਦੀ ਹੈ 1.5, 1.6, 2, 3, ਤਾਂ ਉਹ ਬਹੁਤ ਖਤਰਨਾਕ ਸਿੱਧ ਹੋ ਸਕਦੀ ਹੈ। ਇਹਨੂੰ ਅਸੀਂ ਇਹ ਕਹਿੰਦੇ ਹਾਂ ਬਈ ਕ੍ਰੀਟੀਨਾਈਨ ਨੂੰ ਜਿੰਨਾ ਜਲਦੀ ਟ੍ਰੀਟ ਕੀਤਾ ਜਾਵੇ ਓਨਾ ਹੀ ਅੱਛਾ ਹੈ, ਔਰ ਡਾਕਟਰ ਦੀ ਰਾਏ ਦੇ ਅਨੁਸਾਰ ਹੀ ਸਾਨੂੰ ਚੱਲਣਾ ਪਏਗਾ। ਔਰ ਉਸ ਤੋਂ ਜਿਹੜਾ ਕਿ ਪਿਸ਼ਾਬ ਦੀ ਬਿਮਾਰੀਆਂ ਦਾ ਡਾਕਟਰ ਹੈ, ਔਰ ਉਹੀ ਸਾਨੂੰ ਇਸ ਚੀਜ਼ ਦੀ ਰਾਏ ਦੇ ਸਕਦਾ ਹੈ। ਤਾਂ ਇਸ ਵਾਸਤੇ ਇਹ ਚੀਜ਼ ਹੈ, ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜੀਆਂ ਮੈਂ ਕੁਝ ਗੱਲਾਂ ਤੁਹਾਨੂੰ ਦੱਸੀਆਂ ਗਈਆਂ, ਪੇਟ ਵਾਸਤੇ, ਛੋਟੀਆਂ ਆਂਤਾਂ ਵਾਸਤੇ, ਅਤੇ ਲੀਵਰ ਵਾਸਤੇ, ਅਤੇ ਵੱਡੀਆਂ ਆਂਤਾਂ ਵਾਸਤੇ, ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਦਿੰਦੇ ਹੋਏ ਜੋ ਮੇਰੇ ਨੌਲੇਜ ਵਿੱਚ ਆਈਆਂ ਔਰ ਮੈਂ ਉਹਨਾਂ ਨੂੰ ਸਪਸ਼ਟ ਕੀਤਾ, ਫਿਰ ਵੀ ਅੱਗੇ ਤੋਂ ਅਗਰ ਕੋਈ ਵੀ ਅਸੀਂ ਇਸ ਕੜੀ ਨੂੰ ਚਾਲੂ ਰੱਖਾਂਗੇ ਪੂਰੇ ਸਰੀਰ ਦੇ ਵਿੱਚ, ਕਿਉਂਕਿ ਅਸੀਂ ਅਜੇ ਪਹਿਲੀ ਹੀ ਹੈਲਥ ਦੀ ਯੂਨਿਟ ਨੂੰ ਲਿਆ ਹੈ, ਉਹ ਹੈ ਫਿਜ਼ੀਕਲ ਹੈਲਥ। ਪਰ ਫਿਜ਼ੀਕਲ ਹੈਲਥ ਨੂੰ ਆਪਾਂ ਤਾਂ ਲੈ ਰਹੇ ਹਾਂ, ਪਰ ਮੈਂ ਇਹਦੇ ਨਾਲ ਥੋੜ੍ਹਾ ਕਨੈਕਸ਼ਨ ਜੋੜਦਾ ਹਾਂ ਸਮਾਜਿਕ ਸਵਾਸਥ ਦੇ ਨਾਲ। ਕਿਉਂ ਜੋੜਦਾ ਹਾਂ? ਕਿਉਂਕਿ ਇਹ ਮੈਡੀਕਲ ਪ੍ਰੋਫੈਸ਼ਨ ਵਿੱਚ ਅਸੀਂ ਸਮਝ ਚੁੱਕੇ ਹਾਂ ਕਿ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਹੈ। ਜਿਹੜੀ ਅੱਜ ਇਨਫੋਰਮੇਸ਼ਨ ਹੈ ਤੁਹਾਨੂੰ ਇੱਕ ਮੋਬਾਈਲ ਦੇ ਦੁਆਰਾ, ਇੱਕ ਅਨੇਕ ਪ੍ਰਕਾਰ ਦੇ ਹੋਰ ਸਾਧਨਾਂ ਦੁਆਰਾ ਉਹ ਤੁਹਾਨੂੰ ਹਰ ਸੈਕਿੰਡ ਦੇ ਵਿੱਚ ਕਈ ਇਨਫੋਰਮੇਸ਼ਨ ਮਿਲਦੀ ਹੈ। ਅੱਜ ਤੂਫਾਨ ਆਇਆ ਹੋਇਆ, ਪਰ ਇੱਕ ਚੀਜ਼ ਆ, ਸਾਡੇ ਮਨ ਵਿੱਚ ਇੰਨੀ ਸ਼ਕਤੀ ਨਹੀਂ ਹੈ। ਹਰ ਸੈਕਿੰਡ ਦੇ ਵਿੱਚ ਬੰਬਾਰਡਮੈਂਟ ਹੁੰਦੀ ਰਹਿੰਦੀ ਹੈ। ਹੁਣ ਉਹਦੇ ਵਿੱਚ ਕਈ ਇਨਫੋਰਮੇਸ਼ਨ, ਕਈ ਸੂਚਨਾ ਨੂੰ ਸਾਨੂੰ ਰਿਜੈਕਟ ਕਰਨਾ ਪੈਂਦਾ, ਕਈਆਂ ਨੂੰ ਸਿਲੈਕਟ ਕਰਨਾ ਪੈਂਦਾ। ਉਹਦੇ ਵਾਸਤੇ ਸਾਨੂੰ ਦੋ ਸ਼ਕਤੀਆਂ ਦੀ ਲੋੜ ਜ਼ਰੂਰ ਪੈਂਦੀ ਹੈ। ਇੱਕ ਤਾਂ ਅਸੀਂ ਪਰਖੀਏ ਕਿ ਜਿਹੜੇ ਮੇਰੀ ਇਹ ਸੂਚਨਾ ਆਈ ਹੈ ਮੇਰੇ ਵਾਸਤੇ, ਕੀ ਮੇਰੇ ਫਾਇਦੇਮੰਦ ਹੈ, ਕੀ ਮੈਨੂੰ ਇਸ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਚਾਹੀਦਾ, ਨਹੀਂ ਤਾਂ ਉਹਨੂੰ ਰਿਜੈਕਟ ਕਰਨ ਦੀ ਤਾਕਤ ਜਿਹੜੀ ਹੈ ਉਹ ਸਾਡੇ ਮਨ ਵਿੱਚ ਹੀ ਹੈ। ਇਸੇ ਵਾਸਤੇ ਮੈਂ ਕਿਹਾ ਸੀਗਾ ਕਿ ਮਨੋਬਲ ਨੂੰ ਵਧਾਉਣ ਦੀ ਲੋੜ ਹੈ। ਮਨੋਬਲ ਨੂੰ ਅਸੀਂ ਕਿਸ ਤਰ੍ਹਾਂ ਵਧਾ ਸਕਦੇ ਹਾਂ, ਉਹਦੀ ਫਿਰ ਅੱਗੇ ਚੱਲ ਕਰਕੇ ਅਗਲੀ ਕੜੀ ਦੇ ਵਿੱਚ ਆਪਾਂ ਵਿਸਤਾਰ ਦੇ ਵਿੱਚ ਗੱਲ ਕਰਾਂਗੇ। ਤਾਂ ਅੱਜ ਮੈਂ ਇੱਥੇ ਹੀ ਵਿਰਾਮ ਦੇ ਰਿਹਾ ਹਾਂ ਕਿ ਅਗਲੀ ਕੜੀ ਵਿੱਚ ਅਸੀਂ ਫਿਰ ਸੋਚ ਕਰਾਂਗੇ। ਇਹਦੇ ਨਾਲ ਮੈਂ ਛੁੱਟੀ ਮੰਗਦਾ ਹਾਂ। ਸਤਿ ਸ੍ਰੀ ਅਕਾਲ।